ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਜੋ ਇਹ ਵੀਡੀਓ ਹੈ ਜੀ, ਇਹ ਗੁਰਦੁਆਰੇ ਜਿਹੜੇ ਇਤਿਹਾਸਿਕ ਗੁਰਦੁਆਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਾਲ ਸੰਬੰਧ ਰੱਖਦੇ ਗੁਰਦੁਆਰੇ ਜਿਨ੍ਹਾਂ ਦੇ ਕੋਰਟ ਕੇਸ ਇੰਡੀਆ ਵਿੱਚ ਚੱਲ ਰਹੇ ਨੇ। ਉਹਨਾਂ ਚੋਂ ਕੁਛ ਨਾਮ ਆਪ ਸ਼ਾਇਦ ਜਾਣਦੇ ਹੋਵੋਗੇ, ਜਿਵੇਂ ਕਿ ਮੰਗੂ ਮੱਠ ਗੁਰਦੁਆਰਾ ਸਾਹਿਬ ਹੈ ਜੋ ਕਿ ਪੁਰੀ ਦੇ ਵਿੱਚ ਹੈ। ਤੇ ਉਹਦੇ ਨਾਲ ਜਿਹੜਾ ਮੰਗੂ ਮੱਠ ਜਿਹੜਾ ਹੈ ਉਹ ਦਸੰਬਰ 2019 ਦੇ ਵਿੱਚ ਢਾਹਿਆ ਗਿਆ ਸੀ। ਤੇ ਜਿਹੜਾ ਪੰਜਾਬੀ ਮੱਠ ਹੈ ਉਹ ਦਸੰਬਰ 2020 ਦੇ ਵਿੱਚ। ਤੇ ਇਦਾਂ ਪਹਿਲਾਂ ਸਿੱਕਿਮ ਦੇ ਗੁਰਦੁਆਰਾ ਸਾਹਿਬ ਗੁਰੂ ਡਾਂਗਮਾਰ ਸਾਹਿਬ ਦੀ ਆਪ ਜੀ ਨੂੰ ਸ਼ਾਇਦ ਜਾਣਕਾਰੀ ਹੋਵੇਗੀ। ਸੋ ਉਹਨਾਂ ਗੁਰਦੁਆਰਿਆਂ ਦੇ ਬਾਬਤ ਆਪਾਂ ਖੁੱਲ ਕੇ ਜਿਹੜੀ ਜਾਣਕਾਰੀ ਮੈਂ ਆਪ ਜੀ ਦੇ ਅੱਗੇ ਰੱਖਣਾ ਚਾਹੁੰਦਾ, ਇੱਕ PDF ਫਾਈਲ ਜਿਹੜੀ ਮੈਂ ਆਪ ਜੀ ਨਾਲ ਸਾਂਝੀ ਕਰਨ ਲੱਗਾ, ਮੈਂ ਵੀਡੀਓ ਵਿੱਚ ਜਿਹੜੀ ਮੈਂ ਦਿਖਾਉਣ ਲੱਗਾ। ਇਹ ਸਾਰਾ ਵੇਰਵਾ ਜੋ ਹੈ, ਇਹ ਸਾਰੀ ਜਾਣਕਾਰੀ ਜੋ ਹੈ, ਇਹ 71 ਮੈਂ ਅਜਮੇਰ ਸਿੰਘ ਜੀ ਰੰਧਾਵਾ ਜਿਹੜੇ ਕਿ ਇਹ ਗੁਰਦੁਆਰਿਆਂ ਦੇ ਕੇਸ ਜਿਹੜੇ ਨੇ ਲੜ ਰਹੇ ਨੇ, ਤੇ ਉਹਨਾਂ ਤੋਂ 71 ਕੀਤੀ ਹੈ। ਤੇ ਕੁਛ ਜਾਣਕਾਰੀ ਦੇ ਵਿੱਚ ਮਦਦ ਜਿਹੜੀ ਹੈ ਉਹ ਉਹਨਾਂ ਦੀ ਮਦਦ ਤੇ ਪਲੱਸ ਮੈਂ ਆਪਣੀ ਵੀਡੀਓ ਦੇ ਵਿੱਚ ਵੀ ਜਿਹੜਾ ਕੁਛ ਵੇਰਵਾ ਲਿਆ ਉਹ ਅਨੁਰਾਗ ਸਿੰਘ ਜੀ ਉਹਨਾਂ ਨੇ ਬਹੁਤ ਇਹਦੇ ਵਿੱਚ ਮਦਦ ਕੀਤੀ ਹੈ। ਤੇ ਕੇਸਾਂ ਦੇ ਵਿੱਚ ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਪਿਤਾ ਜੀ ਦੀ ਵੀ, ਜਿਹੜਾ ਇਹ ਰਿਸਰਚ ਹੋਈ ਹੈ ਅਜਮੇਰ ਸਿੰਘ ਜੀ ਨੇ ਜਿਹੜੀ ਰਿਸਰਚ ਕੀਤੀ ਹੈ ਉਹਦੇ ਵਿੱਚ ਉਹਨਾਂ ਦਾ ਕਾਫੀ ਜਿਹੜਾ ਸਾਥ ਰਿਹਾ। ਤੇ ਪਲੱਸ ਆਪਾਂ ਅੱਗੇ ਚੱਲਦੇ ਹਾਂ, ਫਿਰ ਨਾਲ ਨਾਲ ਸਾਰੀ ਗੱਲ ਜਿਹੜੀ ਹੈ ਉਹ ਸਾਂਝੀ ਹੋ ਜਾਏਗੀ। ਸ਼ੁਰੂਆਤ ਕਰਦੇ ਹਾਂ ਜੀ। ਅਜਮੇਰ ਸਿੰਘ ਰੰਧਾਵਾ, ਤੁਸੀਂ ਇਹਨਾਂ ਨੂੰ ਸ਼ਾਇਦ ਜਾਣਦੇ ਹੋਵੋਗੇ। ਗੁਰਦੁਆਰਿਆਂ ਦੇ ਜਿਹੜੇ ਇਹ ਮੈਂ ਜਿਹਨਾਂ ਗੁਰਦੁਆਰਿਆਂ ਦਾ ਨਾਮ ਲਿਆ ਉਹਨਾਂ ਦੇ ਕੋਰਟ ਕੇਸ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਇਹ ਪਾਰਟੀ ਨੇ ਤੇ ਇਹ ਉਹ ਗੁਰਦੁਆਰਿਆਂ ਦੇ ਕੇਸ ਲੜ ਰਹੇ ਨੇ। ਆਪਾਂ ਸ਼ੁਰੂ ਕਰਦੇ ਹਾਂ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਤੋਂ। ਇਹ ਜੀ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਇੰਟੀਰੀਅਰ ਹੈ ਗੁਰਦੁਆਰੇ ਦਾ। ਹੁਣ ਮੈਂ ਆਪ ਜੀ ਨੂੰ ਜਿਹੜੀਆਂ ਅੱਗੇ ਫੋਟੋਆਂ ਦਿਖਾਉਣ ਲੱਗਾ ਉਹ ਸਾਰੀਆਂ ਇਤਿਹਾਸ ਨਾਲ ਸੰਬੰਧਿਤ ਨੇ। ਆਪਾਂ ਇਹਦਾ ਇਤਿਹਾਸ ਦਾ ਪੱਖ ਵੀ ਰੱਖਾਂਗੇ ਤੇ ਆਪਾਂ ਫਿਰ ਇਹਦਾ ਕੋਰਟ ਕੇਸ ਦਾ ਵੀ ਜਿਹੜਾ ਪੱਖ ਉਹ ਵੀ ਰੱਖਾਂਗੇ। ਸੋ ਇਹ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਹੈ ਜੀ। ਇਹ ਖਾਲਸਾ ਨਿਸ਼ਾਨ, ਇਹ ਜਿਹੜੀ ਫੋਟੋ ਹੈ ਇਹ 1987 ਤੋਂ ਲੈ ਕੇ ਤੇ 92 ਤੱਕ ਦੀ ਫੋਟੋ ਹੈ। ਇਹ ਸਾਰੇ ਕੋਰਟ ਦੇ ਵਿੱਚ ਐਵੀਡੈਂਸ ਜਿਹੜੇ ਲੱਗੇ ਹੋਏ ਆ ਮੈਂ ਉਹ ਆਪ ਜੀ ਨੂੰ ਦਿਖਾ ਰਿਹਾ। ਉਸ ਤੋਂ ਬਾਅਦ ਆਪ ਜੀ ਹੁਣ ਜਿਹੜੀ ਫੋਟੋ ਦੇਖ ਰਹੇ ਹੋ ਇਹ ਫੋਟੋ ਸ਼ਾਇਦ ਆਪ ਜੀ ਨੇ ਕਿਤੇ ਨਾ ਕਿਤੇ ਪਹਿਲਾਂ ਸ਼ਾਇਦ ਦੇਖੀ ਹੋਵੇ, ਕੁਝ 4-5 ਸਾਲ ਪਹਿਲਾਂ ਇਹ ਫੋਟੋ ਕਾਫੀ ਜ਼ਿਆਦਾ ਜਿਹੜੀ ਵਾਇਰਲ ਹੋਈ ਸੀ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਸਰੂਪ ਨੂੰ ਰੁਮਾਲਿਆਂ ਸਮੇਤ ਤੇ ਹੋਰ ਗੁਰੂ ਘਰ ਦੇ ਸਮਾਨ ਦੇ ਸਮੇਤ ਜਿਹੜਾ ਉਹ ਗੁਰੂ ਡਾਂਗਮਾਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਕੱਢ ਕੇ ਤੇ ਇਹ ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਲਾਮਾ ਸਾਹਿਬ ਤੇ ਚੌਂਗਥਾਂਗ ਰੋਡ ਤੇ ਇਹ ਇੱਕ ਤਰੀਕੇ ਨਾਲ ਬਹੁਤ ਜ਼ਿਆਦਾ ਜਿਹੜੀ ਬੇਅਦਬੀ ਕਰਕੇ ਗੁਰੂ ਪਾਤਸ਼ਾਹ ਜੀ ਤੇ ਉੱਥੇ ਰੱਖ ਦਿੱਤਾ ਗਿਆ ਸੀ ਸਮਾਨ। ਕੁਛ 90 ਕਿਲੋਮੀਟਰ ਦੂਰ ਜਿਹੜਾ ਹੈ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਤੋਂ। ਤੇ ਇਹ ਬਿਲਕੁਲ ਕੰਟੈਂਪਟ ਆਫ ਕੋਰਟ ਸੀਗਾ, ਉਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਚੱਲ ਕੇ। ਹੁਣ ਮੈਂ ਆਪ ਜੀ ਨੂੰ ਇੱਕ ਹੋਰ ਚੀਜ਼ ਦਿਖਾਉਣਾ ਚਾਹੁੰਦਾ। ਹੁਣ ਆਪਾਂ ਆ ਜਾਈਏ ਇਤਿਹਾਸ ਦੇ ਉੱਤੇ ਕਿ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦਾ ਇਤਿਹਾਸ ਹੈ ਕੀ ਹੈ। ਗੁਰ ਡਾਂਗ ਮਾਰ ਸਾਹਿਬ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਥੇ ਜਦੋਂ ਇਹ ਉਸ ਸਥਾਨ ਦੀ ਆਪਾਂ ਗੱਲ ਕਰ ਰਹੇ ਹਾਂ ਜਿੱਥਾ ਜਿਹੜਾ ਕਿ 18,000 ਫੁੱਟ ਦੀ ਉਚਾਈ ਤੇ ਹੈ ਤੇ ਉੱਥੇ ਦਾ ਜਿਹੜਾ ਟੈਂਪਰੇਚਰ ਹੈ ਸਰਦੀਆਂ ਦਾ ਉਹ -35 -40 ਦੇ ਆਸ-ਪਾਸ ਜਿਹੜਾ ਉਹ ਹੋ ਜਾਂਦਾ। ਸੋ ਉਸ ਸਮੇਂ ਸਾਰਾ ਕੁਝ ਜਦੋਂ ਫਰੀਜ਼ ਹੋ ਜਾਂਦਾ ਹੈ ਤੇ ਉੱਥੇ ਗੁਰੂ ਪਾਤਸ਼ਾਹ ਜੀ ਨੇ ਇੱਕ ਡਾਂਗ ਮਾਰ ਕੇ ਆਪਣੀ ਜਿਹੜੀ ਹੱਥ ਵਿੱਚ ਉਹਨਾਂ ਦੇ ਡਾਂਗ ਹੁੰਦੀ ਸੀ ਉਹ ਮਾਰ ਕੇ ਤੇ ਉਹਨਾਂ ਨੇ ਉੱਥੋਂ ਪਾਣੀ ਦਾ ਜਿਹੜਾ ਉਹ ਸੋਮਾ ਜਿਹੜਾ ਪ੍ਰਗਟ ਕੀਤਾ ਸੀਗਾ। ਜਿਹੜਾ ਉਹ ਹਿੱਸਾ ਹੈ ਉਹ ਪਾਣੀ ਦਾ ਉਸ ਲੇਕ ਦਾ ਜਿਹੜਾ ਹਿੱਸਾ ਹੈ ਉਹ ਜੰਮਦਾ ਨਹੀਂ ਹੈ ਜੀ। -40 -35 ਦੇ ਵਿੱਚ ਵੀ ਉਹ ਜੰਮਦਾ ਨਹੀਂ ਹੈ। ਸੋ ਇਹ ਜਿਹੜਾ 1963 ਦੇ ਵਿੱਚ ਆਪਾਂ ਗੱਲ ਕਰਦੇ ਹਾਂ ਮੇਜਰ NS ਈਸਰ, ਇਹਨਾਂ ਦੀ ਫਿਰ ਇੱਕ ਕਿਤਾਬ ਵੀ ਮੈਂ ਆਪ ਜੀ ਨੂੰ ਦੱਸਦਾ ਮੈਂ ਕਿਤਾਬ ਕਿੱਥੋਂ ਲਈ ਹੈ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਿਹੜੇ ਫੁੱਟਪ੍ਰਿੰਟਸ ਹੈ ਉਹਨਾਂ ਨੇ ਡਿਸਕਵਰ ਕੀਤੇ ਤੇ ਇਹਦੇ ਨਾਲ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਚੌਂਗਥਾਂਗ ਜਿਹਨੂੰ ਕਿਹਾ ਜਾਂਦਾ ਹੈ, ਉਹ ਉੱਥੇ ਦੇ ਲੋਕਲ 2 ਬੰਦਿਆਂ ਦੇ ਮਦਦ ਦੇ ਨਾਲ ਜਿਹੜਾ ਉਹ ਗੁਰਦੁਆਰਾ ਸਾਹਿਬ ਜਿਹੜਾ ਉਹ ਲੱਭਿਆ ਤੇ ਉਹ ਸਥਾਨ ਜਿਹੜਾ ਉਹ ਲੱਭਿਆ। ਤੇ ਇਹ 1964 ਦੇ ਵਿੱਚ ਜਿਹੜੀ ਰਿਪੋਰਟ ਹੈ ਉਹ ਦ ਸਿੱਖ ਰਿਵਿਊ ਕੈਲਕਟਾ ਏਦਾਂ ਕਰਕੇ ਕੋਈ ਇਹ ਪਬਲਿਸ਼ ਹੋਈ ਸੀ। ਇਹ ਜੀ ਕਿਤਾਬ ਜਿਹੜੀ ਹੈ ਇਹ ਪੰਜਾਬ ਡਿਜੀਟਲ ਲਾਇਬ੍ਰੇਰੀ ਤੋਂ ਆਪ ਜੀ ਲੈ ਸਕਦੇ ਹੋ, ਦੇਖ ਸਕਦੇ ਹੋ, ਇਹ ਪੜ੍ਹ ਸਕਦੇ ਹੋ। ਇਹ ਮੈਂ ਪ੍ਰੂਫ ਦੱਸ ਰਿਹਾ ਕਿ ਗੁਰੂ ਪਾਤਸ਼ਾਹ ਜੀ ਉੱਥੇ ਆਏ ਨੇ। ਇਹ ਉਹ ਸਾਰੇ ਹੁਣ ਮੈਂ ਆਪ ਜੀ ਨੂੰ ਪ੍ਰੂਫ ਜਿਹੜੇ ਨੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਇਹ ਸਥਾਨ ਜਿੱਥੇ ਲੇਕ ਦੇ ਆਸੇ ਪਾਸੇ ਉੱਥੇ ਖਾਲਸਾ ਨਿਸ਼ਾਨ ਆਪ ਜੀ ਦੇਖ ਸਕਦੇ ਹੋ।
ਵੇਰਵੇ ਜਿਹੜੇ ਲਏ ਗਏ ਨੇ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਿਤਾਬ ਹੈ ਇੱਕ ਗੁਰੂ ਨਾਨਕ ਚਮਤਕਾਰ, ਤੁਸੀਂ ਪੜ੍ਹ ਸਕਦੇ ਹੋ, ਇਹ ਮਿਲ ਜਾਂਦੀ ਹੈ ਪੰਜਾਬ ਡਿਜੀਟਲ ਲਾਇਬ੍ਰੇਰੀ ਤੇ ਵੀ ਹੈ, ਵੈਸੇ ਵੀ ਤੁਹਾਨੂੰ ਆਪਣੇ ਆਸੇ-ਪਾਸੇ ਵੀ ਮਿਲ ਜਾਏਗੀ, ਇੰਨੀ ਜ਼ਿਆਦਾ ਕੋਈ ਇਹ ਜਿਹੜੀ ਰੇਅਰ ਬੁੱਕ ਨਹੀਂ ਹੈ, ਤੁਹਾਨੂੰ ਆਸਾਨੀ ਨਾਲ ਮਿਲ ਜਾਏਗੀ। ਤਾਵਰੀਖ ਗੁਰੂ ਖਾਲਸਾ ਆਪ ਜੀ ਨੂੰ ਸੁਣਿਆ ਹੋਏਗਾ, ਜਿਵੇਂ ਗਿਆਨੀ ਗਿਆਨ ਸਿੰਘ ਜੀ ਵਾਲਾ। ਸੋ ਇਹਦੇ ਇਹ ਹਵਾਲੇ ਹੈ ਜਿੱਥੋਂ ਦੀ, ਜਿਹੜਾ ਅੱਗੇ ਮੈਂ ਆਪ ਜੀ ਨੂੰ ਇਹ ਜਿਹੜਾ ਸਾਰਾ ਰੈਕੋਰਡ ਦੱਸ ਰਿਹਾ ਇੱਥੋਂ ਲਿਆ ਗਿਆ ਹੈ। ਫਿਰ ਆਪਾਂ ਅੱਗੇ ਚੱਲਦੇ ਹਾਂ ਜੀ। ਇਹ ਇੱਕ ਬਹੁਤ ਇੰਪੋਰਟੈਂਟ ਫੋਟੋ ਹੈ। ਇਹ ਮੈਂ ਆਪ ਜੀ ਨੂੰ ਇਸ ਫੋਟੋ ਦਾ ਜਿਹੜਾ ਮੈਂ ਕਿਉਂ ਦਿਖਾ ਰਿਹਾ ਫੋਟੋ, ਮੈਂ ਆਪ ਜੀ ਨੂੰ ਦੱਸਦਾ। ਇਸ ਫੋਟੋ ਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਇੱਥੇ ਆਪ ਜੀ ਦੇਖ ਸਕਦੇ ਹੋ ਕਿ ਕੋਈ ਦਰਖਤ ਨਹੀਂ ਹੈ। ਇਹ ਉੱਥੇ ਦੀ ਉਹ ਫੋਟੋ ਹੈ, ਗੁਰਦੁਆਰਾ ਗੁਰਡਾਂਗਮਾਰ ਸਾਹਿਬ ਦੇ ਜਿਹੜੀ ਲੇਕ ਸੀਗੀ, ਉੱਥੇ ਦੀ ਫੋਟੋ ਹੈ। ਕੋਈ ਇੱਥੇ ਕੋਈ ਦਰਖਤ ਨਹੀਂ ਹੈ। 18,000 ਫੁੱਟ ਦੀ ਉਚਾਈ ਤੇ ਆਪ ਜੀ ਜਾਣਦੇ ਹੋ ਕਿ ਕੋਈ ਦਰਖਤ ਨਹੀਂ ਹੁੰਦਾ। ਸੋ ਇਹ ਫੋਰੈਸਟ ਡਿਪਾਰਟਮੈਂਟ ਦੀ ਲੈਂਡ ਨਹੀਂ ਹੈ। ਇਹਦੇ ਵਿੱਚ ਫੋਰੈਸਟ ਡਿਪਾਰਟਮੈਂਟ ਕੋਲੋਂ ਰਿਪੋਰਟ ਮੰਗੀ ਗਈ ਸੀ, ਉਹਨਾਂ ਨੇ ਪੇਸ਼ ਕਰ ਦਿੱਤੀ ਹੈ। ਤਰੀਕਾਂ ਕਦੋਂ ਹੋਈਆਂ ਉਹ ਮੈਂ ਆਪ ਜੀ ਨਾਲ ਸਾਂਝਾ ਕਰੂੰਗਾ। ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀ ਦੀ ਤਰੀਕ ਤੇ ਸੁਪਰੀਮ ਕੋਰਟ ਦੀ ਸਿੱਕਿਮ ਵਾਲੇ ਕੇਸ ਦੀ ਤੇ ਆਪਣੇ ਸਿੱਕਿਮ ਵਾਲੇ ਕੇਸ ਦੀ ਤੇ ਪੁਰੀ ਵਾਲੇ ਕੇਸ ਦੀ, ਜਗਨਨਾਥਪੁਰੀ ਵਾਲੇ ਗੁਰਦੁਆਰਿਆਂ ਦੀ। ਇਹ ਸਾਰੀਆਂ ਆਪਾਂ ਅਖੀਰ ਚ ਵੀਡੀਓ ਦੇ ਸਾਂਝੀਆਂ ਕਰਾਂਗੇ ਆਪ ਜੀ ਨਾਲ, ਜਿਹੜੀ ਇਨਫੋਰਮੇਸ਼ਨ ਹੈ ਸਾਰੀ। ਲੈਟਰਸ ਜਿਹੜੀਆਂ ਆਰਡਰ ਜਿਹੜੇ ਇਸ਼ੂ ਹੋਏ ਨੇ ਕੋਰਟ ਵੱਲੋਂ, ਐਨਸੀਐਮ ਵੱਲੋਂ, ਮਾਈਨੋਰਿਟੀ ਕਮਿਸ਼ਨ ਵੱਲੋਂ ਜਿਹੜੇ ਆਰਡਰ ਇਸ਼ੂ ਹੋਏ ਨੇ, ਉਸ ਤੋਂ ਬਾਅਦ ਵੀ ਜਿਹੜਾ ਗੁਰਦੁਆਰਾ ਸਾਹਿਬ ਉਹ ਕੋਰਟ ਦੇ ਆਰਡਰਾਂ ਦੇ ਅਗੇਂਸਟ ਢਾਇਆ ਜਾ ਰਿਹਾ ਤੇ ਉੱਥੇ ਕੰਸਟਰਕਸ਼ਨ ਜਾਰੀ ਹੈ ਜਿਹੜੀ ਸੈਪਟਿਕ ਟੈਂਕ ਦੀ, ਉਹ ਵੀ ਆਪਾਂ ਗੱਲ ਕਰਾਂਗੇ। ਫਿਲਹਾਲ ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹ ਇਸ ਫੋਟੋ ਦੀ, ਇਹਦੇ ਵਿੱਚ ਕੋਈ ਦਰਖਤ ਨਹੀਂ ਹੈ। ਸੋ ਆਪ ਜੀ ਦੇਖ ਸਕਦੇ ਹੋ ਇਹ ਕੋਰਟ ਵੱਲੋਂ ਸਿੱਖਾਂ ਦੇ ਉੱਤੇ ਇੱਕ ਕੇਸ ਜਿਹੜਾ ਦਾਇਰ ਕੀਤਾ ਗਿਆ ਸੀ, ਉਹ ਸੀਗਾ ਕਿ ਇੱਥੇ ਸਿੱਖਾਂ ਨੇ ਜਿਹੜੇ ਆ ਉਹ ਦਰਖਤ ਵੱਢ ਕੇ ਤੇ ਫੋਰੈਸਟ ਜਿਹੜਾ ਐਕਟ ਹੈ, ਫੋਰੈਸਟ ਜਿਹੜਾ ਲਾਅ, ਉਹਦੇ ਅਗੇਂਸਟ ਜਿਹੜੇ ਉਹ ਦਰਖਤ ਵੱਢੇ ਨੇ। ਤਾਂ ਆਪ ਜੀ ਦੇਖ ਸਕਦੇ ਹੋ ਕੋਈ ਦਰਖਤ ਇੱਥੇ ਨਹੀਂ ਹੈਗੇ। ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ, ਇਹ ਕਾਫੀ ਪੁਰਾਣੀ ਫੋਟੋ ਹੈ, 1900 ਮੇਰੇ ਹਿਸਾਬ ਨਾਲ 78 ਦੇ ਆਸੇ-ਪਾਸੇ ਦੀ ਫੋਟੋ। ਇਹ ਗੁਰਦੁਆਰਾ ਚੌਂਗਥਾਂਗ, ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਨਾਰਥ ਸਿੱਕਿਮ ਦੇ ਵਿੱਚ ਪੈਂਦਾ ਹੈ। ਇਹਦੀ ਮੈਂ ਜਿਵੇਂ ਦੱਸ ਰਿਹਾ ਪੁਰਾਣੀ ਫੋਟੋ, ਅੱਗੇ ਤੁਸੀਂ ਜਿਹੜਾ ਦੇਖ ਰਹੇ ਹੋ, at this holy site visited by Baba Shri Guru Nanak Dev Ji, Guru Nanak on his journey to Tibet, the first Nishan Sahib was hoisted by 3 Sikh, ਹੈ ਨਾ, ਇਹ ਤਾਂ ਤੁਸੀਂ ਪੜ੍ਹ ਸਕਦੇ ਹੋ, 1975 ਦੀ ਗੱਲ ਇਹ ਲਿਖੀ ਹੋਈ ਹੈ। ਇਹ ਗੁਰਦੁਆਰਾ ਸਾਹਿਬ ਸ੍ਰੀ ਲਾਮਾ, ਇਹਦੀ ਮੈਂ ਹੁਣ ਵਾਲੀ ਫੋਟੋ ਵੀ ਆਪ ਜੀ ਨੂੰ ਦਿਖਾਊਂਗਾ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ। ਸੋ ਆਪ ਜੀ ਪੜ੍ਹ ਸਕਦੇ ਹੋ। ਸ਼੍ਰੀ ਲਾਮਾ ਸਾਹਿਬ, ਆਪ ਜੀ ਨੂੰ ਇਹ ਵੀ ਪਤਾ ਕਿ ਗੁਰੂ ਨਾਨਕ ਦੇਵ ਜੀ ਨੂੰ ਉਸ ਇਲਾਕੇ ਦੇ ਵਿੱਚ ਲਾਮਾ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। ਤੇ ਇਹ ਨੂੰ ਗੁਰਦੁਆਰਾ ਸਾਹਿਬ ਨੂੰ ਪਦ ਚਿੰਨ੍ਹ ਕਹਿੰਦੇ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਨੇ ਉਹ ਸਥਾਨ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਪਦ ਚਿੰਨ੍ਹ ਜਿਹੜੇ ਮਿਲੇ ਨੇ। ਹੋਰ 2 ਚੀਜ਼ਾਂ ਹੋਰ ਮਿਲੀਆਂ, ਉਹ ਵੀ ਮੈਂ ਆਪ ਜੀ ਨੂੰ ਦਿਖਾਊਂਗਾ। ਇਹ ਗੁਰਦੁਆਰਾ ਸਾਹਿਬ ਨਾਨਕ ਲਾਮਾ, ਇਹ ਗੁਰਦੁਆਰਾ ਸਾਹਿਬ ਚੌਂਗਥਾਂਗ ਹੈ। ਇਹ ਗੁਰਦੁਆਰਾ ਸਾਹਿਬ ਆਪ ਜੀ ਜਿਹੜਾ ਦੇਖ ਰਹੇ ਹੋ, ਇਹਦੇ ਤੇ ਵੀ, ਇਹਦੇ ਵਿੱਚ ਆਪਾਂ ਕਿਹਾ ਜਾ ਸਕਦਾ ਕਿ ਇਹਦੇ ਤੇ ਵੀ ਉਹਨਾਂ ਦੀ ਨਜ਼ਰ ਹੈ। ਜਿੱਥੇ ਮੇਰੀ ਗੱਲ ਹੋਈ ਹੈ ਅਜਮੇਰ ਸਿੰਘ ਜੀ ਨਾਲ, ਉਹਨਾਂ ਦੇ ਲਾਇਰ ਨਾਲ ਵੀ ਮੇਰੀ ਗੱਲ ਹੋਈ ਹੈ। ਅਜਮੇਰ ਸਿੰਘ ਜੀ ਨਾਲ ਜਦੋਂ ਮੈਂ ਗੱਲ ਕੀਤੀ, ਇਹ ਸਾਰੀ ਸਟੋਰੀ ਮੈਨੂੰ ਉਹਨਾਂ ਨੇ ਸਾਰਾ ਜੋ ਇਤਿਹਾਸ ਜਿਹੜਾ ਮੈਂ ਆਪ ਜੀ ਨੂੰ ਦੱਸ ਰਿਹਾ ਜਾਂ ਕੇਸ ਨਾਲ ਰਿਲੇਟਡ ਜਾਂ ਸਾਰਾ ਕੁਝ ਜੋ ਵੀ ਮੈਂ ਉਹਨਾਂ ਕੋਲੋਂ ਹੀ ਜਿਹੜਾ ਉਹ ਸੁਣਿਆ ਤੇ ਉਹਨਾਂ ਕੋਲੋਂ ਸਿੱਖਿਆ। ਤੇ ਇਹ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਮੁਤਾਬਕ ਜਿਹੜਾ ਇਹ ਹੁਣ ਇਹ ਗੁਰਦੁਆਰਾ ਸਾਹਿਬ ਕਾਫੀ ਵੱਡਾ ਹੈ, ਲੇਕਿਨ ਉਹਨਾਂ ਦੇ ਮੁਤਾਬਕ ਇਸ ਗੁਰਦੁਆਰੇ ਦੀ ਜਿਹੜੀ ਘੇਰਾਬੰਦੀ ਹੈ ਸੁਪਰੀਮ ਕੋਰਟ ਦੀ ਰੋਕ ਤੋਂ ਬਾਅਦ ਜਿਹੜੀ ਹੈ ਉਹ ਕੀਤੀ ਗਈ। ਪਰ ਅਜਮੇਰ ਸਿੰਘ ਜੀ ਦੇ ਅਨੁਸਾਰ ਜਿਹੜੀ ਉਹ ਦੀਵਾਰ ਜਿਹੜੀ ਸੀ ਕਿ ਉਹ ਢਾਹ ਦਿੱਤੀ ਗਈ ਹੈ। ਸੋ ਕਿਸੇ ਨਾ ਕਿਸੇ ਤਰ੍ਹਾਂ ਇਸ ਗੁਰਦੁਆਰੇ ਦੇ ਉੱਤੇ ਵੀ ਜਿਹੜਾ ਹੈ ਉਹ ਉਹਨਾਂ ਦਾ ਜਿਹੜਾ ਨਜ਼ਰ ਹੈ। ਆਪਾਂ ਅੱਗੇ ਚੱਲਦੇ ਹਾਂ। ਹੁਣ ਆਪਾਂ ਜੀ ਪ੍ਰੂਫ ਆਪਾਂ ਆਪ ਜੀ ਨੂੰ ਦੱਸੇ ਸਾਰੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉੱਥੇ ਆਏ ਨੇ, ਉਹਨਾਂ ਦੇ ਕੀ ਪ੍ਰੂਫ ਨੇ, ਤੇ ਜਿਹੜੀ ਆਪ ਜੀ ਕਿਤਾਬ ਦੇਖ ਰਹੇ ਹੋ, ਇਹ ਰੌਲਾ ਕੀ ਹੈ ਕੇਸ, ਫਿਰ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਖੋਇਆ ਕਿਉਂ ਗਿਆ ਹੈ। ਇਸ ਕਿਤਾਬ ਦੇ ਰਾਹੀਂ ਉਹ ਚੀਜ਼ ਜਿਹੜੀ ਹੈ ਉਹ ਕਾਫੀ ਕਲੀਅਰ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸਦਾ ਕਿ ਕਿਉਂ ਗੁਰਦੁਆਰਾ ਸਾਹਿਬ ਦਾ ਕੇਸ ਚੱਲ ਰਿਹਾ। ਉੱਥੇ ਦੇ ਜਿਹੜੀ ਬੋਧੀ ਕਮਿਊਨਿਟੀ ਹੈ, ਉਹਨਾਂ ਦੇ ਅਨੁਸਾਰ ਉਹਨਾਂ ਦਾ ਜਿਹੜਾ ਪਦਮ ਸੰਭਵ ਜਿਹੜਾ ਗੁਰੂ ਹੋਇਆ ਸੀਗਾ, ਉਹ ਤਿੱਬਤ ਤੋਂ ਸਿੱਕਿਮ ਦੇ ਵਿੱਚ ਆਏ ਸੀ ਤੇ ਉਸ ਸਿੱਕਿਮ ਦੇ ਵਿੱਚ ਇਸ ਥਾਂ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਕਹਿ ਲਓ ਵੀ ਥੋੜੀ ਦੇਰ ਰਹੇ ਸੀਗੇ। ਇਹਦਾ ਕੋਈ ਪ੍ਰੂਫ ਆਪਣੇ ਕੋਲ ਨਹੀਂ ਹੈ। ਇਹ ਜਿਹੜੀ ਕਿਤਾਬ ਹੈ ਇਨਫੈਕਟ ਉਹਨਾਂ ਦੀ ਆਪਣੀ ਹੀ ਕਿਸੇ ਭਗਤ ਦੀ ਕਿਤਾਬ ਲਿਖੀ ਗਈ ਹੈ, ਇਹ ਉਹਦਾ ਨਾਮ ਹੈ ਤੇ ਦ ਲੋਟਸ ਬੋਰਨ, ਇਹ ਕਿਤਾਬ ਦਾ ਨਾਮ ਹੈ ਦ ਲਾਈਫ ਸਟੋਰੀ ਆਫ ਪਦਮ ਸੰਭਵ, ਹੈ ਨਾ। ਇਸ ਕਿਤਾਬ ਦੇ ਅਨੁਸਾਰ ਜਿਹੜਾ ਉਹ ਗੁਰੂ ਜਿਹਨੂੰ ਆਪਣਾ ਗੁਰੂ ਕਹਿ ਰਹੇ ਨੇ, ਉਹ ਕਦੀ ਵੀ
ਤਿੱਬਤ ਤੋਂ ਬਾਹਰ ਨਹੀਂ ਗਏ, ਉਹ ਕਦੀ ਵੀ ਸਿੱਕਿਮ ਨਹੀਂ ਆਏ। ਸੋ ਇੱਕ ਇਹ ਗੱਲ ਹੈ ਜੀ। ਦੂਜੀ ਗੱਲ, ਹੁਣ ਇਸ ਤੋਂ ਬਾਅਦ ਇਹ ਮੈਂ ਅਨੁਰਾਗ ਸਿੰਘ ਜੀ ਦੀਆਂ, ਮੈਂ ਤੁਹਾਨੂੰ ਨਾ ਇਹਨਾਂ ਨੇ ਜੋ ਰਿਸਰਚ ਕੀਤੀ ਹੈ ਮੈਂ ਉਹਦੀ ਗੱਲ ਕਰ ਰਿਹਾ। 50 ਬੁੱਕਸ ਔਨ ਸਿੱਕਿਮ, ਤਿੱਬਤ, ਇਹ ਸਾਰੀਆਂ ਇਹਨਾਂ ਨੇ 50 ਜਿਹੜੀਆਂ ਕਿਤਾਬਾਂ ਛਾਣ ਮਾਰੀਆਂ, ਹੋਰ ਵੀ ਇਹਨਾਂ ਨੇ ਬਹੁਤ ਇਤਿਹਾਸ ਜਿਹੜਾ ਸਰਚ ਕੀਤਾ। ਇਹਦੇ ਤੋਂ ਕਿਤੇ ਵੀ ਜਿਹੜਾ ਉਹ ਸਾਬਤ ਨਹੀਂ ਹੁੰਦਾ ਕਿ ਜਿਹੜਾ ਉਹਨਾਂ ਦਾ ਗੁਰੂ ਜਿਹੜਾ ਉਹ ਕਹਿ ਰਹੇ ਨੇ ਉਹ ਇਸ ਥਾਂ ਤੇ ਆਏ ਨੇ। ਉਸ ਤੋਂ ਬਾਅਦ ਮੈਂ ਆਪ ਜੀ ਨੂੰ ਇਹਨਾਂ ਦਾ ਇੱਕ ਹੋਰ ਇਹਨਾਂ ਨੇ ਰਿਸਰਚ ਕੀਤੀ ਸੀ, ਜਿਹੜੀ ਮੈਪ ਦੀ ਗੱਲ ਮੈਂ ਤੁਹਾਨੂੰ ਦੱਸਾਂ, ਇਹ ਮੈਪ ਆਫ ਸਿੱਕਿਮ ਹੈ, ਸਰਵੇਅਰ ਜਨਰਲ ਆਫ ਇੰਡੀਆ 1981, ਉਹਦੇ ਵਿੱਚ ਇਹਨਾਂ ਨੇ ਬਣਾਇਆ ਕਿ ਉੱਥੋਂ ਵੀ ਪ੍ਰੂਫ ਹੁੰਦਾ ਹੈ ਕਿ ਜਿਹੜਾ ਇਹ, ਮੈਂ ਆਪ ਜੀ ਨਾਲ ਨਾ ਪ੍ਰੂਫ ਇਸ ਕਰਕੇ ਸਾਂਝੇ ਕਰ ਰਿਹਾ, ਮੈਨੂੰ ਪਤਾ ਵੀਡੀਓ ਥੋੜੀ ਲੰਬੀ ਹੋ ਜਾਏਗੀ, ਆਪ ਜੀ ਪਲੀਜ਼ ਜ਼ਰੂਰ ਦੇਖਿਓ, ਕਿਉਂਕਿ ਥੋੜੇ ਸਾਲਾਂ ਬਾਅਦ, ਕੁਝ ਕੁ ਸਾਲਾਂ ਬਾਅਦ ਇਹ ਚੀਜ਼ ਸਾਹਮਣੇ ਆਏਗੀ ਕਿ ਜੀ ਇੱਥੇ ਤੱਕ ਦੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ ਹੋਏ ਨਹੀਂ ਸੀ, ਕਿਉਂਕਿ ਹੁਣ ਚੀਜ਼ ਹੋਣੀ ਸ਼ੁਰੂ ਹੋ ਗਈ ਹੈ। ਸੋ ਇਹੀ ਅੱਗੇ ਜਾ ਕੇ ਮੈਨੂੰ ਪ੍ਰੂਫ ਜਿਹੜੇ ਆ ਉਹ ਸਾਹਮਣੇ ਰੱਖਣੇ ਪੈਣਗੇ ਆਪ ਜੀ ਦੇ, ਜਿੱਥੇ ਆਪਾਂ ਗੱਲ ਕਰਾਂਗੇ ਪੂਰੀ ਵਾਲੇ ਗੁਰਦੁਆਰਿਆਂ ਦੀ, ਜਗਨਨਾਥਪੁਰੀ ਵਾਲੇ ਗੁਰਦੁਆਰਿਆਂ ਦੀ, ਉੱਥੇ ਵੀ ਮੈਂ ਇਸੇ ਤਰੀਕੇ ਨਾਲ ਆਪ ਜੀ ਨੂੰ ਮੈਂ ਪ੍ਰੂਫ ਜਿਹੜੇ ਨੇ ਉਹ ਆਪਣੇ ਆਪ ਜੀ ਦੇ ਸਾਹਮਣੇ ਰੱਖਣਾ ਚਾਹੂੰਗਾ ਕਿ ਕਿੱਦਾਂ ਅਸੀਂ ਪ੍ਰੂਵ ਕਰ ਰਹੇ ਹਾਂ ਕੋਰਟ ਦੇ ਵਿੱਚ ਵੀ ਕਿ ਹਾਂਜੀ ਗੁਰੂ ਪਾਤਸ਼ਾਹ ਜੀ ਆਏ ਨੇ, ਤੇ ਉਹ ਪ੍ਰੂਫ ਕਰ ਨਹੀਂ ਪਾ ਰਹੇ ਨੇ ਕਿ ਉਹਨਾਂ ਦਾ ਜਿਹੜਾ ਗੁਰੂ ਇੱਥੇ ਆਇਆ ਕਿ ਨਹੀਂ ਆਇਆ। ਹੁਣ ਤੁਸੀਂ ਅੱਗੇ ਚੱਲਦੇ ਹਾਂ ਆਪਾਂ, ਇਹ ਸਟੇਟਮੈਂਟ ਜਿਹੜੀ ਹੈ ਦਿੱਤੀ ਜਾਂਦੀ ਹੈ ਨਿਰਮਲਾ ਸੀਤਾਰਮਨ ਤੋਂ, ਆਪਣੀ ਟਵਿੱਟਰ ਜਾਂ ਪਤਾ ਨਹੀਂ ਕਿੱਥੇ ਪਾਈ ਉਹਨਾਂ ਨੇ, ਟਵਿੱਟਰ ਤੇ ਆਈ ਥਿੰਕ। ਹੁਣ ਇਹ ਸਾਰੀ ਸਟੋਰੀ ਦੱਸ ਰਹੇ ਹੈ, ਗਈ ਸੀ ਉੱਥੇ ਗੁਰਦੁਆਰਾ ਗੁਰਡਾਂਗਮਾਰ ਸਾਹਿਬ, ਜਿਹੜੇ ਗੁਰਦੁਆਰਾ ਤੁਹਾਨੂੰ ਮੰਨਿਆ ਹੀ ਨਹੀਂ ਨਾ, ਗੁਰਡਾਂਗਮਾਰ ਲੇਕ, ਉੱਥੇ ਇਹ ਗਏ ਤੇ ਉਹਨਾਂ ਨੇ ਜਿਹੜੀ ਇਹ ਗੱਲ ਅੱਗੇ ਕੀਤੀ ਹੈ ਕਿ ਇੱਥੇ ਗੁਰੂ ਪਦਮ ਸੰਭਵ, ਆਲਸੋ ਨੋਨ ਐਜ਼ ਗੁਰੂ ਰਿਨਪੋਚੇ ਵਾਸ ਅ ਬੁੱਧਿਸਟ ਬਲਾ ਬਲਾ ਬਲਾ, ਉਹ ਇੱਥੇ ਆਏ ਤਿੱਬਤ ਤੋਂ ਇੱਥੇ ਪਹੁੰਚੇ। ਕਿਤੇ ਵੀ ਇਹਦੇ ਵਿੱਚ ਉਹਨਾਂ ਨੇ ਗੁਰਦੁਆਰੇ ਦੀ ਗੱਲ ਨਹੀਂ ਕੀਤੀ ਹੈ, ਜਦ ਕਿ ਕੇਸ ਚੱਲ ਰਿਹਾ ਗੁਰਦੁਆਰੇ ਦੇ ਵਿੱਚ, ਤੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ, ਤੁਸੀਂ ਸੈਂਟਰਲ ਗਵਰਨਮੈਂਟ ਦੇ ਮਿਨਿਸਟਰ ਹੋ, ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਹੋਏਗੀ ਜ਼ਰੂਰ, ਜੇ ਨਹੀਂ ਹੈ ਤਾਂ ਫਿਰ ਤਾਂ ਜੀ ਔਖਾ ਤੁਹਾਡਾ, ਪਰ ਹੋਣੀ ਚਾਹੀਦੀ ਸੀ ਤੁਹਾਨੂੰ, ਜ਼ਿੰਮੇਵਾਰੀ ਦੇ ਸਹਿਤ ਤੁਸੀਂ ਇਹਦੇ ਤੇ ਤੁਹਾਨੂੰ ਇਹ ਕਮੈਂਟ ਨਹੀਂ ਕਰਨਾ ਚਾਹੀਦਾ ਸੀਗਾ, ਕਿਉਂਕਿ ਕੋਰਟ ਦੇ ਵਿੱਚ ਹਾਲੇ ਕੇਸ ਚੱਲ ਰਿਹਾ, ਇਹਦਾ ਫੈਸਲਾ ਨਹੀਂ ਹੋਇਆ। ਖੈਰ ਆਪਾਂ ਅੱਗੇ ਚੱਲਦੇ ਹਾਂ ਜੀ। ਇਹ ਨਿਸ਼ਾਨੀਆਂ ਜਿਹੜੀਆਂ ਮੈਂ ਆਪ ਜੀ ਨੂੰ ਕਿਹਾ ਸੀ ਕਿ ਮੈਂ ਤਾਂ ਆਪ ਜੀ ਨੂੰ ਦੱਸਾਂਗੇ ਕਿ ਉਹ ਨਿਸ਼ਾਨੀਆਂ ਕਿਹੜੀਆਂ ਨੇ। ਹੁਣ ਇਹ ਪਦ ਚਿੰਨ੍ਹ ਗੁਰੂ ਪਾਤਸ਼ਾਹ ਜੀ ਦਾ, NSE ਸਾਹਿਬ ਦਾ ਮੈਂ ਪਹਿਲਾਂ ਆਪ ਜੀ ਨਾਲ ਜ਼ਿਕਰ ਕਰਕੇ ਹਟਿਆ, ਆਪ ਜੀ ਵੀਡੀਓ ਅੱਗੇ ਪਿੱਛੇ ਕਰਕੇ ਵੀ ਦੇਖ ਸਕਦੇ ਹੋ। ਤੇ ਇਹ ਇੱਕ ਕਮੰਡਲ ਹੁੰਦਾ ਜੀ, ਕਮੰਡਲ ਹੁੰਦਾ ਜਿਹੜਾ ਤੁਸੀਂ ਨਾ ਪੁਰਾਣੇ ਸਮੇਂ ਦੇ ਵਿੱਚ ਆਪ ਜੀ ਨੂੰ ਸ਼ਾਇਦ ਪਤਾ ਹੋਵੇ, ਜਿਹਦੇ ਵਿੱਚ ਪਾਣੀ ਲੈ ਕੇ ਆਉਂਦੇ ਹੁੰਦੇ ਸੀ, ਸਾਧੂ ਰਿਸ਼ੀ ਮੁਨੀ ਹੁੰਦੇ ਸੀ ਜਿਹੜੇ ਉਹ ਪਾਣੀ ਲੈ ਕੇ ਆਉਂਦੇ ਸੀ, ਉਹ ਕਮੰਡਲ ਸੀ। ਇਹ ਗੁਰੂ ਪਾਤਸ਼ਾਹ ਜੀ ਦਾ ਕਮੰਡਲ ਹੈ, ਇਹ ਗੁਰੂ ਪਾਤਸ਼ਾਹ ਜੀ ਦਾ ਪਦ ਚਿੰਨ੍ਹ ਹੈ। ਉਸ ਤੋਂ ਬਾਅਦ ਇਹ ਗੁਰੂ ਪਾਤਸ਼ਾਹ ਜੀ ਦਾ ਚੋਲਾ ਹੈ, ਚੋਲਾ ਸਾਹਿਬ। ਇਹ ਉਸ ਸਥਾਨ ਦੇ ਉੱਤੇ ਨੇ ਮੌਜੂਦ, ਜਿਹੜੇ ਜਿੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਇਹਦੇ ਵਿੱਚ ਲੈਟਰ ਲਿਖੀ ਗਈ ਸੀਗੀ, ਇਹਦੇ ਵਿੱਚ ਇਨਵੋਲਵ ਕੀਤਾ ਗਿਆ ਸੀਗਾ ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼ ਨੂੰ। ਇਕਬਾਲ ਸਿੰਘ ਲਾਲਪੁਰਾ ਦੇ ਵੱਲੋਂ, ਉਹਨਾਂ ਦੇ ਆਫਿਸ ਦੇ ਵੱਲੋਂ ਇੱਕ ਜਿਹੜੀ ਰਿਮਾਈਂਡਰ ਕਾਫੀ ਦਿੱਤੇ ਜਾ ਚੁੱਕੇ ਨੇ, ਚਿੱਠੀਆਂ ਵੀ ਉਹਨਾਂ ਤੱਕ ਪਹੁੰਚ ਚੁੱਕੀਆਂ ਨੇ। CM ਨੂੰ, ਸਿੱਕਿਮ ਨੂੰ ਜਿਹੜੀ ਇਹ ਚਿੱਠੀ 2 ਜਨਵਰੀ ਨੂੰ ਗਈ ਸੀ, ਉਹਨਾਂ ਕੋਲ ਜਿਹੜਾ ਸਮਾਂ, ਮੈਨੂੰ ਨਹੀਂ ਲੱਗਦਾ ਹਜੇ ਤੱਕ ਉਹਨਾਂ ਨੇ, ਇਹ ਵੀਡੀਓ ਜੀ ਮੈਂ ਬਣਾ ਰਿਹਾ ਅੱਜ ਹੈਗੀ ਹੈ 7 ਮਾਰਚ, ਸੋ 7 ਮਾਰਚ ਤੱਕ ਦਾ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ 2023, 7 ਮਾਰਚ 2023, ਉਦੋਂ ਤੱਕ ਦੀ ਮੈਂ ਇਨਫੋਰਮੇਸ਼ਨ ਆਪ ਜੀ ਦੇ ਅੱਗੇ ਰੱਖ ਰਿਹਾ। ਖੈਰ ਇੱਥੋਂ ਦੀ ਇੱਕ ਹੋਰ ਚੀਜ਼ ਇਸ਼ੂ ਹੋਈ ਹੈ, ਜਿਹੜਾ ਆਰਡਰ, ਉਹ ਮੈਂ ਆਪ ਜੀ ਨਾਲ ਅੱਗੇ ਜਾ ਕੇ ਸਾਂਝਾ ਕਰੂੰਗਾ। ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼, ਇਹ ਕਹਿਣਾ ਪਏਗਾ ਕਿ ਇਹਨਾਂ ਨੇ ਕਾਫੀ ਮਦਦ ਕੀਤੀ ਇਹਦੇ ਵਿੱਚ। ਖੈਰ ਆਪਾਂ ਅੱਗੇ ਚੱਲਦੇ ਹਾਂ, ਉੱਥੋਂ ਆਪ ਜੀ ਨੂੰ ਥੋੜਾ ਕਲੀਅਰ ਹੋਏਗਾ। ਇਹ ਸੀਗੇ ਜੀ ਗੁਰਦੁਆਰਾ ਸਾਹਿਬ ਜਿਹੜੇ ਇੱਥੇ ਤੱਕ ਮੈਂ ਆਪ ਜੀ ਨਾਲ ਗੱਲ ਕੀਤੀ ਸਿੱਕਿਮ ਦੇ ਗੁਰਦੁਆਰਿਆਂ ਦੀ। ਮੈਂ ਆਪ ਜੀ ਨੂੰ ਇਤਿਹਾਸ ਵੀ ਦੱਸਿਆ, ਤੇ ਮੈਂ ਆਪ ਜੀ ਨਾਲ ਜਿਹੜਾ ਉਹ ਇਹ ਵੀ ਸਾਂਝਾ ਕੀਤਾ ਕਿ ਕੋਰਟ ਦਾ ਕੇਸ ਕੀ ਹੈ ਤੇ ਕੀ ਪ੍ਰੋਸੀਡਿੰਗ ਚੱਲ, ਉਹ ਕੀ ਪ੍ਰੂਵ ਕਰਨਾ ਚਾਹੁੰਦੇ ਤੇ ਅਸੀਂ ਕੀ ਪ੍ਰੂਵ ਕਰ ਰਹੇ ਹਾਂ। ਠੀਕ ਹੈ ਜੀ। ਇਹਦੀ ਤਰੀਕ ਜਿਹੜੀ ਸੀਗੀ ਉਹ 26 ਫਰਵਰੀ ਤਰੀਕ ਸੀਗੀ। 13 ਫਰਵਰੀ ਜਿਹੜੀ ਤਰੀਕ ਸੀਗੀ ਉਹ ਸੀਗੀ ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼ ਦੀ। ਉਹ ਪੁਰੀ ਦੇ ਗੁਰਦੁਆਰਿਆਂ ਵਾਲੇ ਉਹਨਾਂ ਦੇ ਬੰਦੇ ਵੀ ਆਏ ਸੀਗੇ। ਤੇ ਆਪਾਂ ਗੱਲ ਕਰਦੇ ਹਾਂ, ਇਹ 20 ਫਰਵਰੀ ਨੂੰ ਆਰਡਰ ਇਸ਼ੂ ਹੋਇਆ ਇੱਕ ਮਾਈਨੋਰਿਟੀ ਕਮਿਸ਼ਨ ਵੱਲੋਂ। ਮੈਂ ਸਾਰਾ ਡੇਟਾ ਤੁਹਾਨੂੰ ਮੈਂ ਲਿਖੀਆਂ ਹੋਈਆਂ ਅੱਗੇ ਜਾ ਕੇ, ਮੈਂ ਤੁਹਾਨੂੰ ਸਾਰੀਆਂ ਅਖੀਰ ਦੇ ਵਿੱਚ, ਵੀਡੀਓ ਦੇ ਅਖੀਰ ਦੇ ਵਿੱਚ ਮੈਂ ਆਪ ਜੀ ਨਾਲ ਉਹ ਪੂਰਾ ਟੇਬਲ ਬਣਾਇਆ ਹੋਇਆ ਤੇ ਮੈਂ ਸਾਂਝਾ ਕਰੂੰਗਾ। ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਇਹ ਗੱਲ ਹੈਗੀ ਹੈ ਸਪਟੈਂਬਰ 2019 ਦੀ, ਜੋ ਤੁਸੀਂ ਫੋਟੋ ਆਪਣੀ ਸਕਰੀਨ ਤੇ ਦੇਖ ਰਹੇ ਹੋ। No evidence that Guru Nanak visited Puri's Mangu Math। SGPC ਨੇ ਸਟੇਟਮੈਂਟ ਦਿੱਤੀ ਹੈ ਜੀ ਕਿ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਹੜੇ ਨੇ ਉਹ ਮੰਗੂ ਮੱਠ ਉਹ ਸਥਾਨ ਹੈ। ਮੈਂ ਆਪ ਜੀ ਨਾਲ ਸਾਂਝਾ ਕਰ ਦੇਵਾਂ,
ਜਿੱਥੇ ਗੁਰੂ ਸਾਹਿਬ ਨੇ ਆਰਤੀ ਉਚਾਰਨ ਕੀਤੀ ਹੈ। ਇਹ ਗੁਰਦੁਆਰਾ ਕਿਉਂ ਢਾਇਆ ਜਾ ਰਿਹਾ ਹੈ, ਇਹਦੇ ਪਿੱਛੇ ਜਿਹੜੇ ਕਾਰਨ ਹੈ ਉਹ ਆਪਾਂ ਸਾਂਝੇ ਕਰਾਂਗੇ ਆਪ ਜੀ ਨਾਲ। ਕੋਰਟ ਕੇਸ ਕਿੱਦਾਂ ਚੱਲ ਰਿਹਾ ਹੈ, ਕੰਟੈਂਪਟ ਆਫ ਕੋਰਟ ਕਿੱਦਾਂ ਹੋ ਰਹੀ ਹੈ, ਕਿੱਦਾਂ ਸਾਡੀ ਜਿਹੜੀ ਸੁਣਵਾਈ ਹੈ ਉਹ ਨਹੀਂ ਹੋ ਰਹੀ, ਕਿਰਦਾਰ ਕਿਹਦਾ ਕੀ ਹੈ, ਉਹ ਆਪ ਜੀ ਨਾਲ ਸ਼ਾਇਦ ਸਾਂਝਾ ਕਰਨ ਦੀ ਕੋਸ਼ਿਸ਼ ਕਰੂੰਗਾ। ਤੇ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਤੁਸੀਂ ਇਹ ਡੇਟ ਨੋਟ ਕਰੋ ਜੀ, ਸੈਪਟੈਂਬਰ 2019 ਦੇ ਵਿੱਚ ਜਦੋਂ ਇਹ ਸਟੇਟਮੈਂਟ ਦਿੱਤੀ ਜਾਂਦੀ ਹੈ, ਦਸੰਬਰ 2019 ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਢਾਹ ਦਿੱਤਾ ਜਾਂਦਾ ਹੈ। ਇਹ ਗੁਰਦੁਆਰਾ ਸਾਹਿਬ ਜਿਹੜਾ ਨਾ, ਇਹਦੇ ਆਪਾਂ ਇੱਕ ਗੱਲ ਕਰਦੇ ਹਾਂ ਕਿ ਇਹਦੀ ਅੱਗੇ ਜਾ ਕੇ ਮੈਂ ਆਪ ਜੀ ਨੂੰ ਦੱਸੂਗਾ ਕਿ 63,000 ਸਕੁਅਰ ਫੀਟ ਜ਼ਮੀਨ ਸੀਗੀ, ਹੁਣ ਸਿਰਫ ਇੱਕ ਗੁਰਦੁਆਰਾ ਸਾਹਿਬ ਜਿਹੜਾ ਉਹ 8 ਬਾਏ 9 ਦੇ ਨੇੜੇ ਤੇੜੇ ਦਾ, 10 ਬਾਏ 10 ਤੋਂ ਘੱਟ ਦਾ ਇੱਕ ਕਮਰਾ ਜਾਂ ਮਾਤਰ ਰਹਿ ਗਿਆ। ਉਹਦੇ ਨੀਹਾਂ ਤੋਂ ਗੁਰਦੁਆਰਾ ਸਾਹਿਬ ਜਿਹੜਾ ਉਹ ਛੋਟਾ ਜਿਹਾ ਮੈਂ ਕਮਰਾ ਦੱਸ ਰਿਹਾ, ਜਿਹੜਾ ਉਹਦੀਆਂ ਨੀਹਾਂ ਚੋਂ ਪਿੱਲਰ ਲੈ ਕੇ ਤੇ ਸੂਏਜ ਟੈਂਕ, ਸੈਪਟਿਕ ਟੈਂਕ ਜਿਹਨੂੰ ਤੁਸੀਂ ਬਲੈਕ ਵਾਟਰ ਟੈਂਕ ਕਹਿ ਸਕਦੇ ਹੋ, ਜਿਹੜੇ ਸੀਮੈਂਟ ਦੇ ਬਣੇ ਹੁੰਦੇ ਆ, ਮਤਲਬ ਵਾਟਰ ਟ੍ਰੀਟਮੈਂਟ ਪਲਾਂਟ ਦੇ ਵਾਸਤੇ ਜਿਹੜਾ ਸੂਏਜ ਇਕੱਠਾ ਹੁੰਦਾ, ਸੀਵਰੇਜ ਟੈਂਕ ਜਿਹਨਾਂ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ, ਉਹ ਜੀ ਉੱਥੇ ਬਣ ਰਹੇ ਨੇ। ਹੁਣ ਤੁਸੀਂ ਇਹ ਦੇਖੋ ਵੀ ਆਰਡਰ ਕੋਰਟ ਵੱਲੋਂ ਇਸ਼ੂ ਹੋਏ ਸੀ ਕਿ ਉੱਥੇ ਤੁਸੀਂ ਜਿਹੜਾ ਉੜੀਸਾ ਦੀ ਸਰਕਾਰ ਨੂੰ ਕਿ ਤੁਸੀਂ ਢਾਹ ਨਹੀਂ ਸਕਦੇ। ਉਸ ਤੋਂ ਬਾਅਦ ਵੀ ਉਹ ਢਾਇਆ ਗਿਆ, ਉਸ ਤੋਂ ਬਾਅਦ ਵੀ ਜਿਹੜੀਆਂ ਉੱਥੋਂ ਤੋੜ ਭੰਨ ਕਰਕੇ ਤੇ ਸੀਵੇਜ ਟੈਂਕ ਜਿਹੜੇ ਬਣ ਰਹੇ ਨੇ। ਹੋ ਕਿਉਂ ਰਿਹਾ ਜੀ? ਕਿਉਂਕਿ ਇਹ ਪੁਰੀ ਨੂੰ ਵਰਲਡ ਹੈਰੀਟੇਜ ਸਿਟੀ ਜਿਹੜਾ ਹੈ ਉਹ ਡਿਕਲੇਅਰ ਕਰਨਾ ਚਾਹੁੰਦੇ ਨੇ। ਸੋ ਜੋ ਵਰਲਡ ਹੈਰੀਟੇਜ ਸਿਟੀ ਹੈ, ਮੇਰੇ ਮੁਤਾਬਕ ਸ਼ਾਇਦ ਜਿਹੜਾ ਉਹ ਚਾਹੁੰਦੇ ਨੇ ਇਹ ਕਰਨਾ, ਉੱਥੇ ਸ਼ਾਇਦ ਸਿੱਖਾਂ ਦੇ ਕੋਈ ਸਥਾਨ ਦੀ ਜਗ੍ਹਾ ਹੈ ਨਹੀਂ, ਇਸ ਕਰਕੇ ਸ਼ਾਇਦ ਉਹ ਢਾਹ ਰਹੇ ਨੇ। ਤੇ ਇਸ ਤੋਂ ਬਾਅਦ ਜਿਹੜੇ ਇਹ ਰੈਫਰੈਂਸ ਇਸ ਦੇ ਲਏ ਗਏ ਨੇ, ਉਹ ਫਿਰ ਮੈਂ ਆਪ ਜੀ ਨਾਲ ਸਾਂਝੇ ਕਰਦਾ ਕਿ ਗੁਰੂ ਨਾਨਕ ਚਮਤਕਾਰ, ਗੰਡਾ ਸਿੰਘ, ਤਰਲੋਚਨ ਸਿੰਘ, ਇਹ ਤਰਲੋਚਨ ਸਿੰਘ ਜੀ ਜਿਹੜੇ ਨੇ ਉਹ ਆਪਣੇ ਅਨੁਰਾਗ ਸਿੰਘ ਜੀ ਦੇ ਪਿਤਾ ਜੀ, ਸੁਖਕਾਨ ਸਿੰਘ ਨਾਭਾ ਦਾ। ਇਹਦੇ 'ਚ ਮੈਂ ਜਿਹੜੇ ਰੈਫਰੈਂਸ ਦੇ ਰਿਹਾ, ਸੋ ਸਾਡੇ ਕੋਲ ਰੈਫਰੈਂਸ ਮੌਜੂਦ ਨੇ, ਪ੍ਰੂਫ ਮੌਜੂਦ ਨੇ। ਇੱਕ ਚੀਜ਼ ਮੈਂ ਆਪ ਜੀ ਨਾਲ ਹੋਰ ਵੀ ਅੱਗੇ ਜਾ ਕੇ ਸਾਂਝੀ ਕਰੂੰਗਾ ਕਿ ਇਸ ਜਗ੍ਹਾ ਤੇ 1000 ਏਕੜ ਦੇ ਪ੍ਰੂਫ ਜਿਹੜੇ ਨੇ ਉਹ ਮੌਜੂਦ ਨੇ। 1000 ਏਕਰਸ ਆਫ ਲੈਂਡ ਜਿਹੜੀ ਕਿ ਗੁਰੂ ਪਾਤਸ਼ਾਹ ਜੀ ਦੇ ਨਾਮ ਤੇ ਹੈ, ਉਹ ਮੈਂ ਆਪ ਜੀ ਨਾਲ ਅੱਗੇ ਜਾ ਕੇ ਸਾਂਝੀ ਕਰੂੰਗਾ। ਫਿਲਹਾਲ ਆਪਾਂ ਦੇਖਦੇ ਹਾਂ ਕਿ ਇਹ ਗੁਰਦੁਆਰਾ ਸਾਹਿਬ ਜਿਹੜਾ ਉਹ ਢਾਇਆ ਗਿਆ, ਕੋਰਟ ਦੇ ਵਿੱਚ ਇਹਦਾ ਕੇਸ ਚੱਲ ਰਿਹਾ। ਅੱਗੇ ਚੱਲਦੇ ਹਾਂ ਜੀ। ਇਹ ਪੁਰਾਣੀਆਂ ਫੋਟੋਆਂ, ਗੁਰਦੁਆਰਾ ਮੰਗੂ ਮੱਠ ਦੀ ਬਾਹਰਲੀ ਫੋਟੋ। ਇਹ ਜਿਹੜੀ ਫੋਟੋ ਹੈ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੇ ਕਿੱਦਾਂ ਜਿਹੜੀ ਹੈ ਫਾਊਂਡੇਸ਼ਨ ਦੇ ਪਿੱਲਰ ਤੋਂ ਲੈ ਕੇ ਤੇ ਆਹ ਸੈਪਟਿਕ ਟੈਂਕ ਬਣਾ ਰਹੇ ਨੇ। 3 ਮਾਰਚ ਦੀਆਂ ਫੋਟੋਆਂ ਮੇਰੇ ਕੋਲ ਆਈਆਂ ਹੁਣ ਰੀਸੈਂਟਲੀ, ਉਹ ਵੀ ਮੈਂ ਆਪ ਜੀ ਨੂੰ ਦਿਖਾਊਂਗਾ। ਰੀਸੈਂਟ ਕੋਰਟ ਦੇ ਆਰਡਰ ਤੋਂ ਬਾਅਦ, ਇੱਥੋਂ ਤੱਕ ਕਿ NCM, ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਦੇ ਆਰਡਰ ਤੋਂ ਵੀ ਬਾਅਦ, ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਆਰਡਰ ਜਿਹੜਾ ਉਹਨਾਂ ਨੂੰ 20 ਫਰਵਰੀ ਨੂੰ ਜਿਹੜਾ ਇਸ਼ੂ ਹੋਇਆ ਸੀ, ਉਹਨਾਂ ਨੂੰ ਪਹੁੰਚਿਆ ਹੋਏਗਾ। 13 ਫਰਵਰੀ ਦੀ ਉਹ ਡੇਟ ਸੀਗੀ, ਪਰ ਆਰਡਰ ਜਿਹੜਾ 20 ਫਰਵਰੀ ਨੂੰ ਇਸ਼ੂ ਹੋਇਆ ਸੀ, ਉਹ ਮੈਂ ਆਪ ਜੀ ਨਾਲ ਅੱਗੇ ਜਾ ਕੇ ਸਾਂਝਾ ਕਰਦਾ। ਉਸ ਤੋਂ ਬਾਵਜੂਦ, ਉਸ ਤੋਂ ਬਾਅਦ ਵੀ ਜੋ ਇਹ ਕੰਮ ਜਿਹੜਾ ਉਹ ਜਾਰੀ ਹੈ ਨਿਰੰਤਰ, ਤੇ ਕੰਟੈਂਪਟ ਆਫ ਕੋਰਟ ਇਹਨੂੰ ਕਿਹਾ ਜਾਣਾ ਚਾਹੀਦਾ। ਤੇ ਖੈਰ ਆਪਾਂ ਅੱਗੇ ਚੱਲਦੇ ਹਾਂ। ਇਹ ਗੁਰਦੁਆਰਾ ਸਾਹਿਬ ਅੰਦਰ ਦੀ ਫੋਟੋ ਹੈ ਜੀ 1993 ਦੀ, ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਫੋਟੋ ਹੈ। ਇਸ ਤੋਂ ਬਾਅਦ ਇਹ ਇੱਕ ਫੋਟੋ ਹੈ ਜਿਹੜੀ 2019 ਦੇ ਵਿੱਚ ਫਰਵਰੀ ਦੇ ਵਿੱਚ ਲਈ ਗਈ ਹੈ। ਮੈਂ ਆਪ ਜੀ ਨੂੰ ਦੱਸਿਆ ਕਿ ਗੁਰਦੁਆਰਾ ਸਾਹਿਬ ਕਦੋਂ ਢਾਇਆ ਗਿਆ, ਦਸੰਬਰ ਦੇ ਵਿੱਚ, ਤੇ ਇਹ ਫਰਵਰੀ ਦੇ ਵਿੱਚ ਜਿਹੜੀ ਹੈ 2019 ਦੀ ਫੋਟੋ ਹੈ। ਇਹਦੇ ਵਿੱਚ ਇਹ ਕਾਫੀ ਚਿਰਾਂ ਤੋਂ ਜਿਹੜਾ ਹੈ ਕਹਿ ਸਕਦੇ ਹਾਂ ਕਿ ਜਿਹੜੀ ਉਹ ਹੌਲੀ ਹੌਲੀ ਉਹਦੇ ਤੇ ਨਜ਼ਰ ਸੀਗੀ। ਇੱਕ ਮੈਂ ਨਾਲ ਇਹਦੇ ਥੋੜੀ ਜਿਹੀ ਚੀਜ਼ ਐਡ ਕਰ ਦੇਵਾਂ ਕਿ ਮੰਗੂ ਮੱਠ ਨੂੰ 70 ਲੱਖ ਰੁਪਏ ਦੇ ਵਿੱਚ ਇੱਕ ਪ੍ਰਾਈਵੇਟ ਚੈਰਿਟੀ, ਕੋਈ ਆਪਾਂ ਕਹਿ ਸਕਦੇ ਹਾਂ ਕਿ ਜਥੇਬੰਦੀ ਕਹਿ ਲਓ ਜਾਂ ਕੀ ਕਹਿ ਲਓ, ਕੀ ਕਹਿ ਸਕਦੇ ਹੋ ਨਾ, ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਇਹ ਉੜੀਸਾ ਦੀ ਸਰਕਾਰ ਨੇ ਜਿਹੜਾ ਢਾਹ ਦਿੱਤਾ ਗਿਆ। ਏਦਾਂ ਹੀ ਇੱਕ ਬਾਉਲੀ ਮੱਠ ਉੱਥੇ ਸਥਾਨ ਹੈ, ਜਿਹੜਾ ਕਿ 1.25 ਕਰੋੜ ਦੇ ਵਿੱਚ ਇੱਕ ਜਿਹੜੀ ਹੈ ਸੰਸਥਾ ਨੂੰ, ਪ੍ਰਾਈਵੇਟ ਸੰਸਥਾ ਨੂੰ, ਨਿੱਜੀ ਇੱਕ ਜਿਹੜੀ ਸੰਸਥਾ ਹੈ, ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ। ਮੈਨੂੰ ਇਹ ਚੀਜ਼ ਜਿਹੜੀ ਇਨਫੋਰਮੇਸ਼ਨ ਹੈ, ਇਹ ਆਪ ਜੀ ਨੇ ਜੇ ਕੋਈ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਇਹ ਵੀਡੀਓ ਲੰਬੀ ਹੋ ਜਾਏਗੀ, ਮੈਂ ਇਹਦੇ ਵਿੱਚ ਨਹੀਂ ਪਾਇਆ, ਲੇਕਿਨ ਉਹ ਆਪ ਜੀ ਲੈ ਸਕਦੇ ਹੋ ਮੇਰੇ ਤੋਂ। ਉਹ ਚੀਜ਼ ਸਕਸੈਸਫੁਲ ਨਹੀਂ ਹੋਈ, ਲੇਕਿਨ ਉਸੇ ਹੀ ਸੰਸਥਾ ਨੇ, ਜਿਹੜੀ ਮੈਂ ਆਪ ਜੀ ਨਾਲ ਗੱਲ ਕਰ ਰਿਹਾ, ਤੇ ਮੰਗੂ ਮੱਠ ਦੀ 70 ਲੱਖ ਦੇ ਵਿੱਚ ਉਹਨਾਂ ਨੂੰ ਦੇਣ ਦੀ ਗੱਲ ਹੋਈ ਸੀ। ਉੱਥੇ ਦੇ ਲੋਕਾਂ ਨੇ ਵਿਰੋਧ ਕੀਤਾ, ਪਲੱਸ ਇਹਦਾ ਕਾਫੀ ਤੌਰ ਵੱਡੇ ਲੈਵਲ ਤੇ ਵਿਰੋਧ ਹੋਇਆ। ਫਿਰ ਉਸ ਸੰਸਥਾ ਨੂੰ, ਉਸ ਜਿਹੜੀ ਨਿੱਜੀ ਉਹ ਆਰਗੇਨਾਈਜੇਸ਼ਨ ਹੈ, ਉਹਨਾਂ ਨੂੰ ਇੱਕ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਉਹਨਾਂ ਨੇ ਬਣਾਇਆ, ਜਿਹੜਾ ਕਿ ਸਮੁੰਦਰ ਦੇ ਕਿਨਾਰੇ ਹੈ। ਉਹਦਾ ਨਾਮ ਰੱਖਿਆ ਗਿਆ ਆਰਤੀ ਸਾਹਿਬ ਗੁਰਦੁਆਰਾ ਸਾਹਿਬ।
ਹੁਣ ਤੁਸੀਂ ਇਹ ਦੇਖੋ ਕਿ ਆਰਤੀ ਤਾਂ ਗੁਰੂ ਸਾਹਿਬ ਨੇ ਮੰਗੂ ਮੱਠ 'ਚ ਉਚਾਰੀ ਹੈ, ਉਹਦਾ ਨਾਂ ਆਰਤੀ ਸਾਹਿਬ ਰੱਖਿਆ ਗਿਆ। ਕੰਟਰੋਵਰਸ਼ੀਅਲ ਇਸ ਕਰਕੇ ਇਹ ਗੁਰਦੁਆਰਾ ਸਾਹਿਬ ਦੀ ਮੈਂ ਗੱਲ ਕਰ ਰਿਹਾ, ਗੁਰਦੁਆਰਾ ਆਰਤੀ ਸਾਹਿਬ ਪੁਰੀ। ਫਿਰ ਅਕਾਲ ਤਖ਼ਤ ਸਾਹਿਬ ਨੇ ਬਾਬਾ ਸ਼ਮਸ਼ੇਰ ਸਿੰਘ ਜਿਹੜੇ ਉੱਥੇ ਦੇ ਪ੍ਰਧਾਨ ਕਹਿ ਲਓ ਜਾਂ ਜੋ ਵੀ ਕਹਿ ਲਓ, ਹੈ ਨਾ? ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਰਤੀ ਸਾਹਿਬ ਗੁਰਦੁਆਰਾ ਸਾਹਿਬ ਹੈ, ਉਹਦਾ ਨਾਮ ਜਿਹੜਾ ਹੈ ਉਹ ਤੁਸੀਂ ਬਦਲੋ। ਕਿਉਂ ਬਦਲੋ? ਕਿਉਂਕਿ ਇਹ ਜਿਹੜਾ ਇਹ ਲੋਕਾਂ ਨੂੰ ਭੁਲੇਖਾ ਪਾਉਂਦਾ ਹੈ ਕਿ ਸ਼ਾਇਦ ਆਰਤੀ ਇੱਥੇ ਉਚਾਰੀ ਗਈ ਹੈ, ਲੇਕਿਨ ਆਰਤੀ ਇੱਥੇ ਨਹੀਂ ਉਚਾਰੀ ਗਈ ਸੀਗੀ। ਆਹ ਜਿਹੜੇ ਜੀ ਆਪ ਨਾਮ ਦੇਖ ਰਹੇ ਹੋ, ਇਹ ਦਸੰਬਰ ਜਿਹੜਾ ਪਿੱਛੇ ਲੰਘ ਕੇ ਹਟਿਆ 2022, ਉਹਦੇ ਵਿੱਚ ਇਹ 4 ਬੰਦਿਆਂ ਤੋਂ, ਵਿੱਕੀ ਥਾਮਸ ਦਾ ਨਾਮ ਵੀ ਤੁਸੀਂ ਇੱਥੇ ਦੇਖ ਰਹੇ ਹੋ, ਹੋਰ ਨਾਮ ਜਿਹੜੇ ਤੁਸੀਂ ਦੇਖ ਰਹੇ ਹੋ, ਇਹਨਾਂ ਵੱਲੋਂ ਇੱਕ ਕੋਰਟ ਦੇ ਵਿੱਚ ਬਿਨਾਂ ਪਾਰਟੀ ਬਣੇ, ਆਪ ਜੀ ਨੂੰ ਸ਼ਾਇਦ ਪਤਾ ਹੋਵੇ ਜੇ ਤੁਸੀਂ ਪਾਰਟੀ ਨਹੀਂ ਹੋ ਕੋਰਟ ਦੇ ਵਿੱਚ ਤਾਂ ਤੁਹਾਡੀ ਸੁਣਵਾਈ ਨਹੀਂ ਹੁੰਦੀ। ਉਸ ਕੇਸ ਦੇ ਵਿੱਚ ਜੇ ਤੁਸੀਂ ਪਾਰਟੀ ਨਹੀਂ ਹੈਗੇ ਤਾਂ ਤੁਹਾਡੀ ਸੁਣਵਾਈ ਨਹੀਂ ਹੁੰਦੀ। ਇਹਨਾਂ ਨੇ ਇੱਕ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ, ਉਹਨਾਂ ਦੀ ਪਟੀਸ਼ਨ ਖਾਰਜ ਹੋ ਗਈ। ਸੋ ਹੁਣੇ ਪਿੱਛੇ ਜੇ ਆਪ ਜੀ ਨੂੰ ਸ਼ਾਇਦ ਦੇਖਿਆ ਹੋਵੇ ਕਿ ਬੜੇ ਨਿਊਜ਼ ਚੈਨਲ ਤੇ ਇਹਦੇ ਬਹੁਤ ਸਾਰਾ ਮਤਲਬ ਬਵਾਲ ਖੜਾ ਹੋਇਆ ਸੀ ਕਿ ਵੀ ਲੋਕਾਂ ਨੇ ਇਹ ਗੱਲ ਕਹੀ ਕਿ ਸਿੱਖਾਂ ਦੀ ਸੁਣੀ ਨਹੀਂ ਜਾ ਰਹੀ। ਇਹਨਾਂ ਲੋਕਾਂ ਨੇ ਪਟੀਸ਼ਨ ਪਾਈ ਹੈ। ਇਹਨਾਂ ਦੇ ਵਕੀਲ ਨੇ, ਉਹ ਵੀਡੀਓ ਵੀ ਮੈਂ ਆਪ ਜੀ ਨਾਲ ਸਾਂਝੀ ਕਰ ਸਕਦਾ, ਉਹਨਾਂ ਦੇ ਵਕੀਲ ਨੇ ਇਹ ਕਿਹਾ ਕਿ ਸਾਨੂੰ ਤਾਂ ਜੀ ਇਹ ਨਵੰਬਰ ਕੇ ਪਤਾ ਨਹੀਂ ਅਕਤੂਬਰ ਕੇ ਨਵੰਬਰ ਦੇ ਵਿੱਚ ਪਤਾ ਲੱਗਾ ਤੇ ਅਸੀਂ ਨਵੰਬਰ ਦੇ ਵਿੱਚ ਪਤਾ ਲੱਗਾ ਸ਼ਾਇਦ 2022 ਦੇ ਵਿੱਚ, ਤੇ ਅਸੀਂ ਨਾਲ ਹੀ ਜਿਹੜਾ ਉਹ ਕੇਸ ਕਰ ਦਿੱਤਾ। ਜਦ ਕਿ ਗੁਰਦੁਆਰਾ ਸਾਹਿਬ ਆਪ ਜੀ ਦੇਖ ਸਕਦੇ ਹੋ ਕਿ 2019 ਦੇ ਵਿੱਚ ਢਾਇਆ ਗਿਆ ਤੇ ਇਹ ਔਨ ਰਿਕਾਰਡ ਔਨ ਵੀਡੀਓ ਉਹਨਾਂ ਨੇ ਇਹ ਗੱਲ ਕਹੀ ਹੈ। ਤੇ ਖੈਰ ਇਹ ਜਿਹੜੇ ਬੰਦੇ ਨੇ ਇਹਨਾਂ ਦਾ ਤੁਸੀਂ ਆਪ ਜਿਹੜੀ ਆ ਉਹ 2+2 4 ਕਰਕੇ ਦੇਖ ਸਕਦੇ ਹੋ ਕਿ ਇਹ ਬੰਦੇ ਜਿਹੜੇ ਨੇ ਉਹ ਕੌਣ ਨੇ। ਆਪ ਇਹਨਾਂ ਬਾਰੇ ਸਰਚ ਵੀ ਕਰਕੇ ਦੇਖੋ ਤੇ ਆਪ ਜੀ ਨੂੰ ਪਤਾ ਲੱਗ ਜਾਏਗਾ। ਖੈਰ ਆਪਾਂ ਅੱਗੇ ਚੱਲਦੇ ਹਾਂ। ਐਨਸੀਐਮ ਦੀ ਜਿਹੜੀ ਮੀਟਿੰਗ ਹੋਈ ਸੀ 13 ਫਰਵਰੀ ਨੂੰ, ਮੈਂ ਆਪ ਜੀ ਨਾਲ ਗੱਲ ਕਰ ਰਿਹਾ ਸੀ, ਆਰਡਰ ਇਸ਼ੂ ਹੋਏ ਸੀ 20 ਫਰਵਰੀ ਨੂੰ। ਆ ਜਿਹੜੇ ਨੇ ਉਹ ਆਰਡਰ ਨੇ ਗਵਰਨਮੈਂਟ ਆਫ ਉੜੀਸਾ ਨੂੰ ਇਸ਼ੂ ਹੋਏ ਸੀਗੇ। ਗਵਰਨਮੈਂਟ ਆਫ ਡੀਐਮ ਦਾ ਮੌਜੂਦ ਹੋਣਾ ਉਸ ਟਾਈਮ ਤੇ ਜ਼ਰੂਰੀ ਸੀਗਾ। ਡੀਐਮ ਉਹਨਾਂ ਦੇ ਵੱਲੋਂ ਨਹੀਂ ਆਇਆ ਸੀਗਾ, ਸੋ ਇਸ ਕਰਕੇ ਆਈ ਥਿੰਕ ਉਹਨਾਂ ਨੇ ਚੀਫ ਮੈਜਿਸਟ੍ਰੇਟ ਨੂੰ ਹੁਣ ਕਿਹਾ ਕਿ ਜਿਹੜਾ ਚੀਫ ਮੈਜਿਸਟ੍ਰੇਟ ਹੁੰਦਾ ਉਹ ਸਭ ਤੋਂ ਵੱਡਾ ਅਹੁਦਾ ਹੁੰਦਾ। ਉਹ ਸੀਐਮ ਦੀ ਗੱਲ ਨਹੀਂ ਕਰੇ, ਸੀਐਮ ਤਾਂ ਪੋਲੀਟੀਕਲ ਆਫਿਸ ਹੈ ਨਾ, ਇੱਕ ਚੀਫ ਮਿਨਿਸਟਰ ਜਿਹੜਾ ਇੱਕ ਪੋਲੀਟੀਕਲ ਆਫਿਸ ਹੈ। ਚੀਫ ਮੈਜਿਸਟ੍ਰੇਟ ਨੂੰ ਉੱਥੇ ਪੇਸ਼ ਹੋਣਾ ਪਏਗਾ। ਜਿਹੜੀ ਅਗਲੀ ਤਰੀਕ ਹੈ, ਅਗਲੀ ਤਰੀਕ ਹੁਣ ਹੈਗੀ ਹੈ ਜੀ 13 ਮਾਰਚ ਦੀ। ਤਰੀਕਾਂ ਮੈਂ ਆਪ ਜੀ ਨਾਲ ਟੇਬਲ ਦੇ ਰੂਪ ਦੇ ਵਿੱਚ ਸਾਂਝੀਆਂ ਕਰੂੰਗਾ। ਜੇ ਲੈਟਰ ਕਿਸੇ ਨੂੰ ਚਾਹੀਦੀ ਹੋਵੇ ਤੇ ਮੇਰੇ ਕੋਲ ਪੂਰੀ ਲੈਟਰ ਜਿਹੜੀ ਹੈ ਉਹ ਪਈ ਹੋਈ ਹੈ ਤੇ ਮੈਂ ਆਪ ਜੀ ਨਾਲ ਸਾਂਝੀ ਕਰ ਸਕਦਾ, ਕਿਉਂਕਿ ਪਬਲਿਕ ਰੈਕਰਡ ਹੈ ਇਹ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ ਆਪਾਂ ਨੂੰ। ਖੈਰ ਉਸ ਤੋਂ ਬਾਅਦ ਆਪਾਂ ਚੱਲੀਏ। ਇਹ ਜਿਹੜੀਆਂ ਫੋਟੋ ਹੁਣ ਆਪ ਜੀ ਦੇਖ ਰਹੇ ਹੋ, ਕੋਰਟ ਦੇ ਆਰਡਰ ਇਸ਼ੂ ਹੋਣ ਤੋਂ ਬਾਅਦ ਕਿ ਮੰਗੂ ਮੱਠ ਢਾਇਆ ਨਹੀਂ ਜਾਣਾ ਚਾਹੀਦਾ, ਐਨਸੀਐਮ ਦੇ ਆਰਡਰ ਤੋਂ ਬਾਅਦ ਇਹ 3 ਮਾਰਚ ਦੇ ਜਿਹੜੀ ਹੈ ਉਹ ਫੋਟੋ ਹੈ। ਇਹ ਮੈਂ ਆਪ ਜੀ ਨਾਲ ਦਿਖਾ ਰਿਹਾ। ਤੁਸੀਂ ਦੇਖੋ ਵੀ ਇਹ ਜਿਹੜਾ ਉਹ ਕਾਰਜ ਜਿਹੜਾ ਨਿਰੰਤਰ, ਆਪ ਜੀ ਨੂੰ ਮੈਂ ਪੁਰਾਣੀਆਂ ਫੋਟੋਆਂ ਦਿਖਾਈਆਂ ਸੀ ਉੱਥੋਂ ਦੀ ਲੈ ਕੇ ਹੁਣ ਦੇਖੋ ਤੁਸੀਂ, ਇੰਨੀ ਦੇਰ ਦੇ ਵਿੱਚ ਇਹਨਾਂ ਨੇ ਆਹ ਕੰਮ ਕਰ ਦਿੱਤਾ ਹੋਇਆ। ਗੁਰਦੁਆਰਾ ਸਾਹਿਬ 63,000 ਸਕੁਆਇਰ ਫੀਟ ਦੀ ਜ਼ਮੀਨ ਉਹਨਾਂ ਕੋਲ ਸੀਗੀ, ਉਹਦੇ ਚੋਂ 8x9 8x10 10x10 ਤੋਂ ਘੱਟ ਹੈ ਉਹ ਜਗ੍ਹਾ, ਉਹਦਾ ਕਮਰਾ ਰਹਿ ਚੁੱਕਾ ਹੈ। ਉਹਦੇ ਵੀ ਨੀਹਾਂ ਦੇ ਪਿੱਲਰ ਲੈ ਕੇ ਤੇ ਇਹਨਾਂ ਨੇ ਆਹ ਕੰਮ ਉੱਥੇ ਕੀਤਾ। ਸੀਵੇਜ ਟੈਂਕ ਇੱਥੇ ਕੱਲ੍ਹ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਵੈਸੇ ਵੀ ਕਿਸ ਤਰ੍ਹਾਂ ਅਸੀਂ ਕਰਨਾ ਹੈ, ਤੇ ਜੇ ਇਹ ਕੰਮ ਜਿਹੜਾ ਇਹਨਾਂ ਦਾ ਨੇਪਰੇ ਚੜ੍ਹਦਾ, ਸੋ ਇਹ ਬਹੁਤ ਹੀ ਇੱਕ ਮੰਦਭਾਗੀ ਘਟਨਾ ਜੀ। ਆਪ ਜੀ ਇਹਦੇ ਬਾਰੇ ਆਪਣੇ ਥੋੜਾ ਜਿਹਾ ਜ਼ਿਹਨ ਤੇ ਜ਼ੋਰ ਪਾ ਕੇ ਦੇਖੋ ਕਿ ਕੀ ਇਹਦੇ ਬਾਰੇ ਆਪ ਜੀ ਨੇ ਕਿਤੋਂ ਸੁਣਿਆ ਇੰਨੀ ਡਿਟੇਲ 'ਚ ਆਪ ਜੀ ਨੂੰ, ਕਿਉਂ ਇਹ ਹਰ ਕਿਸੇ ਦੇ ਮੂੰਹ ਤੇ ਹੋਣੀ ਚਾਹੀਦੀ ਸੀ ਇਹ ਗੱਲ, ਹਰ ਇੱਕ ਗੁਰਦੁਆਰੇ ਦੇ ਵਿੱਚ ਇਹ ਗੱਲ ਡਿਸਕਸ ਹੋਣੀ ਚਾਹੀਦੀ ਸੀ, ਹਰ ਇੱਕ ਟੀਵੀ ਚੈਨਲ ਤੇ ਇਹ ਗੱਲ ਹੋਣੀ ਚਾਹੀਦੀ ਸੀ, ਜਦ ਕਿ ਨਹੀਂ ਹੈਗੀ। ਖੈਰ ਕੁਝ ਫੋਟੋਆਂ ਹੋਰ ਨੇ। ਆਹ ਫੋਟੋ ਹੈ ਜੀ ਉਹ ਜਿੱਥੋਂ ਆਪ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਤੇ ਆ ਜਿਹੜੇ ਨੇ ਫਾਊਂਡੇਸ਼ਨ ਜਿਹੜੀ ਹੈ ਉਹ ਬਣ ਚੁੱਕੀ, ਸੈਪਟਿਕ ਟੈਂਕ ਰੈਡੀ ਹੋ ਚੁੱਕਾ ਜਿਹੜਾ ਹੈ ਨਾ। ਗੁਰਦੁਆਰਾ ਕੋਰਟ ਕੇਸਿਸ ਦੀ ਜਿਹੜੀ ਡੇਟ ਹੈ, ਮੈਂ ਆਪ ਜੀ ਨਾਲ ਜਿੱਦਾਂ ਕਿਹਾ ਸੀਗਾ ਕਿ ਹੁਣ ਜਿਹੜੀ ਨੈਕਸਟ ਡੇਟ ਹੈ 13 ਫਰਵਰੀ ਨੂੰ ਡੇਟ ਲੰਘ ਕੇ ਹਟੀ ਹੈ, ਉਹ ਐਨਸੀਐਮ ਦੀ ਸੀ। ਉਹਨਾਂ ਨੇ ਆਰਡਰ ਇਸ਼ੂ ਕਰ ਦਿੱਤੇ ਸੀਗੇ, ਜਿਹੜਾ ਮੈਂ ਉੱਪਰ ਆਪ ਜੀ ਨੂੰ ਦਿਖਾ ਕੇ ਹਟਿਆ। 20 ਫਰਵਰੀ ਨੂੰ ਜਿਹੜੀ ਆਰਡਰ ਇਸ਼ੂ ਹੋਏ ਨੇ। ਉਸ ਤੋਂ ਬਾਅਦ ਹੁਣ ਨੈਕਸਟ ਡੇਟ ਹੈ ਜਿਹੜੀ ਉਹ 13 ਮਾਰਚ ਨੂੰ ਹੈ। ਇੱਥੇ ਡੀਐਮ ਜਿਹੜਾ ਉੜੀਸਾ ਦਾ ਉਹ ਨਹੀਂ ਮੌਜੂਦ ਸਨ, ਸੋ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਚੀਫ ਸੈਕਟਰੀ ਜਿਹੜੇ ਨੇ, ਮੈਂ ਮਾਫੀ ਚਾਹੁੰਦਾ, ਮੈਂ ਸ਼ਾਇਦ ਆਪ ਜੀ ਨੂੰ ਪਹਿਲਾਂ ਚੀਫ ਮੈਜਿਸਟ੍ਰੇਟ ਕਹਿ ਬੈਠਾ, ਚੀਫ ਸੈਕਟਰੀ ਜਿਹੜੇ ਨੇ ਉੜੀਸਾ ਤੇ ਉੱਥੇ ਮੌਜੂਦ ਹੋਣੇ ਚਾਹੀਦੇ ਨੇ। ਸਿੱਕਿਮ 27 ਫਰਵਰੀ ਦੀ ਜਿਹੜੀ ਡੇਟ ਸੀਗੀ, ਇਹਦੇ ਵਿੱਚ ਸਿੱਖਾਂ ਨੂੰ ਅੱਗੇ ਹੁਣ ਕੀ ਕਰਦੇ ਆ ਉਹਦੇ ਬਾਰੇ ਵਿਚਾਰ ਜਿਹੜੀ ਆ ਉਹ ਨਿਰੰਤਰ ਜਾਰੀ ਹੈ। ਸੁਪਰੀਮ ਕੋਰਟ ਦਾ ਜਿਹੜਾ ਰਾਹ ਹੈ ਉਹ ਦੇਖਿਆ ਜਾ ਰਿਹਾ। ਉਸ ਤੋਂ ਬਾਅਦ ਉੜੀਸਾ ਦੀ ਜਿਹੜੀ ਡੇਟ ਹੈ ਉਹ ਹੈਗੀ 29 ਮਾਰਚ ਦੀ। ਜਿਹੜਾ ਮਸਲਾ ਹੈ ਨਾ ਜੀ ਉਹ ਆਹ ਹੈ
ਇਹ ਇਕਬਾਲ ਸਿੰਘ ਲਾਲਪੁਰਾ ਜੀ ਦੇ ਦਫ਼ਤਰ ਦੇ ਵਿੱਚ, ਆਫਿਸ ਦੇ ਵਿੱਚ, ਜਿਹੜਾ MCM ਦਾ ਆਫਿਸ ਹੈ, ਇਹਨਾਂ ਦੇ ਆਫਿਸ ਦੇ ਵਿੱਚ ਇਹ ਲੈਟਰ ਜਾ ਚੁੱਕੀ ਹੈ। ਇਹ ਲੈਟਰ ਲਿਖੀ ਗਈ ਹੈ ਆਪਣੇ ਅਜਮੇਰ ਸਿੰਘ ਜੀ ਦੁਆਰਾ। ਇਹਨਾਂ ਨੇ ਦੱਸਿਆ ਪ੍ਰੂਫ ਦੇ ਸਹਿਤ, ਮੈਂ ਉਸ ਲੇਡੀ ਦਾ ਨਾਮ ਨਹੀਂ ਸ਼ਾਇਦ ਮੈਨੂੰ ਲੈਣਾ ਚਾਹੀਦਾ ਇੱਥੇ, ਮੈਂ ਇਸ ਕਰਕੇ ਨਹੀਂ ਲੈ ਰਿਹਾ, ਜਿਹਦੇ ਕੋਲ ਇਹ ਸਾਰੇ ਪ੍ਰੂਫ ਨੇ ਤੇ ਉਹਨਾਂ ਕੋਲ ਅਸੀਂ ਗੱਲ ਕਰਕੇ ਤੇ ਸਾਰਾ ਕੁਝ ਜਿਹੜਾ ਲਿਆ ਹੈ। 1000 ਏਕੜ ਜਿਹੜੀ ਹੈ, 1000 ਏਕੜ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈ, ਉਹ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਉੜੀਸਾ ਦੇ ਵਿੱਚ ਹੈ। ਸੋ ਸਾਡੇ ਕੋਲ ਇੱਕ ਕੇਸ ਆਇਆ ਹੈ, ਆਪ ਜੀ ਥੋੜਾ ਜਿਹਾ ਨਹੀਂ ਪਤਾ ਤਾਂ ਆਪ ਜੀ ਸਰਚ ਕਰਿਓ, ਨਨਕਾਣਾ ਸਾਹਿਬ ਦਾ ਕੇਸ ਸੀਗਾ, 17,648 ਕਿ ਕੁਛ ਮੈਨੂੰ ਹੁਣ ਭੁੱਲ ਗਿਆ, ਏਕੜ ਜ਼ਮੀਨ 17,600 ਦੇ ਨੇੜੇ ਤੇੜੇ ਏਕੜ ਜ਼ਮੀਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਮ ਤੇ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਸੀਗੀ। ਕੇਸ ਚੱਲਿਆ, ਜਿਹੜੇ ਲੋਕ ਉੱਥੇ ਖੇਤੀ ਕਰਦੇ ਸਨ ਉਹਨਾਂ ਨੇ ਕਿਹਾ, ਜਾਂ ਜਿਨ੍ਹਾਂ ਦੀ ਜ਼ਮੀਨ ਪਹਿਲਾਂ ਪੁਰਖਿਆਂ ਦੀ ਸੀਗੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਜਿਨ੍ਹਾਂ ਨੇ ਦਿੱਤੀ, ਉਹਨਾਂ ਨੇ ਕਿਹਾ ਕਿ ਇਹ ਸਾਡੀ ਜ਼ਮੀਨ ਸੀ। ਮੈਂ ਛੋਟਾ ਛੋਟਾ ਕਰਕੇ ਆਪ ਜੀ ਨੂੰ ਦੱਸ ਰਿਹਾ। ਕੇਸ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਪੱਖ ਦੇ ਵਿੱਚ ਜਾਂ ਸਿੱਖਾਂ ਦੇ ਪੱਖ ਦੇ ਵਿੱਚ ਹੋ ਨਿਤਰਿਆ। ਕਿਉਂਕਿ ਉਹਦੇ ਪ੍ਰੂਫ ਜਿਹੜੇ ਸੀਗੇ ਉਹ ਸਾਡੇ ਕੋਲ ਸੀਗੇ। ਸੋ ਜਿਹੜਾ ਕੇਸ ਹੈ ਉਹ ਸਿੱਖਾਂ ਦੇ ਹੱਕ ਵਿੱਚ ਹੋ ਗਿਆ। ਸੋ ਇਹ ਚੀਜ਼ ਜਿਹੜੀ ਹੈ, ਆਪਾਂ ਇਹ ਉਸ ਚੀਜ਼ ਨਾਲ ਇਹਨੂੰ ਕੋਰਿਲੇਟ ਕਰਕੇ ਦੇਖ ਸਕਦੇ ਹਾਂ ਕਿ 1000 ਏਕੜ ਜਿਹੜੀ ਜ਼ਮੀਨ ਹੈ ਉਹ ਉੜੀਸਾ ਦੇ ਵਿੱਚ ਹੈ। ਸੋ ਇਹ ਚੀਜ਼ ਕਿਤੇ ਨਾ ਕਿਤੇ ਸਰਕਾਰ ਨੂੰ ਸ਼ਾਇਦ ਨਾ ਅਗਵਾਰਾ ਹੋਵੇ, ਤੇ ਇਸ ਕਰਕੇ ਮੈਂ ਸਮਝਦਾ ਕਿ ਇਸ ਚੀਜ਼ ਦਾ ਜ਼ਿਕਰ ਜਿਹੜਾ ਹੈ ਉਹ ਹਰ ਇੱਕ ਸਿੱਖ ਨੂੰ ਕਰਨਾ ਚਾਹੀਦਾ ਹੈ, ਹਰ ਇੱਕ ਗੁਰੂ ਨਾਨਕ ਨਾਮ ਲੇਵਾ ਨੂੰ ਕਰਨਾ ਚਾਹੀਦਾ ਹੈ, ਚਾਹੇ ਤੁਸੀਂ ਸਿੱਖ ਨਹੀਂ ਵੀ ਹੈਗੇ। ਤੇ ਜੇ ਤੁਸੀਂ ਸਮਝਦੇ ਹੋ ਕਿ ਗੁਰੂ ਨਾਨਕ ਦੇਵ ਜੀ ਤੁਹਾਡੇ ਵੀ ਨੇ, ਤੁਸੀਂ ਕਹਿੰਦੇ ਹੋ ਕਿ ਤੁਹਾਡੇ ਸਾਂਝੇ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਸਾਂਝੇ ਨੇ, ਤੁਹਾਨੂੰ ਇਹ ਗੱਲ ਜਿਹੜਾ ਜ਼ਿਕਰ ਜਿਹੜਾ ਹੈ ਉਹ, ਤੁਹਾਡੀ ਆਵਾਜ਼ ਜਿਹੜੀ ਬੁਲੰਦ ਹੋਣੀ ਚਾਹੀਦੀ ਹੈ। ਤੁਹਾਨੂੰ ਪੁਰਜ਼ੋਰ ਅਪੀਲ ਹੈ ਜਿਹੜੀ ਉਸ ਸੰਸਥਾਵਾਂ ਨੂੰ ਕਰਨੀ ਚਾਹੀਦੀ ਹੈ। ਸਾਰੀਆਂ ਜਿੰਨੀਆਂ ਵੀ ਇਹ ਕਹਿ ਸਕਦੇ ਹਾਂ ਕਿ ਸੰਸਥਾਵਾਂ, ਸਿੱਖ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ, ਉਹਨਾਂ ਦੀ ਨਜ਼ਰ 'ਚ ਇਹ ਗੱਲ ਹੋਣੀ ਚਾਹੀਦੀ ਹੈ ਵੀ ਹੈ, ਲੇਕਿਨ ਉਹਨਾਂ ਨੂੰ ਇਹਦੇ ਤੇ ਜਿਹੜਾ ਉਹ ਤਵੱਜੋ ਦੇਣੀ ਚਾਹੀਦੀ ਹੈ ਜ਼ਿਆਦਾ। ਖੈਰ, ਇਹਦੇ ਤੇ ਹੋਰ ਇਨਫੋਰਮੇਸ਼ਨ ਹੈ ਜਿਹੜੀ ਉਹ ਮੈਂ ਆਪ ਜੀ ਨਾਲ ਸਾਂਝੀ ਅੱਗੇ ਤੋਂ ਅੱਗੇ ਆਪਾਂ ਕਰਦੇ ਰਵਾਂਗੇ। ਫਿਲਹਾਲ ਦੇ ਲਈ ਆਪ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਦੇਖਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।